तकरीबन जेड़ा ना 1 लाख रुपया सानू जेड़ा ना प्राप्त हो गई। ਉਹ ਜਿਹੜਾ 450 ਵੇ जी बिल्कुल तकरीबन 1700 चूजा जेड़ा ना खरीदिया ही ते सानू ਇਹਦੇ ਚ काफी नुकसान होया है। तकरीबन इस टाइम जेड़ा ना कोई 2-250 जेड़ा ना चूजा बचया साडा। अस्सलाम वालेकुम। वालेकुम सलाम भाईजान की हाल है? ठीक ठाक जनाब। जनाब दा की नाम है? सिकंदर अली। सिकंदर भाई इलाका केड़ा जे? इलाका सियालकोट सोंदे। किन्ने अरसे तू मुर्गियां दा कारोबार करदे हो पे? साल हो गया। माशाअल्लाह तुहाडी पहले भी 2 वीडियो बना चुके हैं, अवाम ने काफी पसंद कीतियां ने। सर जेड़ा तुहाडा साल दा तजर्बा है कैसा रहा है? बेहतरीन रहा। एक फ्लाग जेड़ा ना कट छड़िया है, दूसरा फ्लाग चल रहा। माशाअल्लाह जेड़ा तुहाडा पहला फ्लाग सी जी। ਉਹ किन्ने चूजे लेके आए हो ते तुहाडा जेड़ा पहला फ्लाग है ओदा तजर्बा कैसा रहा? ਉਹ ਲਿਆਉਂਦੇ ਹਜੇ 500 ਚੂਜ਼ਾ ਸੀ ਤੇ ਉਹਦੇ ਚ 450 ਜਿਹੜਾ ਨਾ 50 ਆਇਆ ਹੋਏ ਹਨ ਤੇ 450 ਬਚਿਆ ਸੀ। माशाअल्लाह ते ਉਹ ਜਿਹੜਾ 450 ਤੁਸੀਂ ਤਿਆਰ ਕੀਤਾ ਸੀ ਜੀ ਉਹਦੇ ਚ ਕੋਈ ਨਫਾ ਹੋਇਆ ਹੈ ਜਾਂ ਕਿ ਪੂਰੀ ਹੋਇਆ ਕੰਮ? ਨਹੀਂ ਠੀਕ ਨਫਾ ਹੋਇਆ। ਤੇ ਇਹ ਹੁਣ ਜਿਹੜਾ ਤੁਹਾਡਾ ਦੂਸਰਾ ਫਲਾਗ ਕੇ ਹੁਣ ਕਿੰਨੇ ਚੂਜ਼ੇ ਲੈ ਕੇ ਆਏ ਹੋ? ਹੁਣ ਲੈ ਕੇ ਆਏ ਹਾਂ 1700। ਮਾਸ਼ਾਅੱਲਾ। ਤੇ ਇਹ ਜਿਹੜਾ ਦੂਸਰਾ ਫਲਾਗ ਕੇ ਇਹ ਕਿਹਦਾ ਜਾ ਰਿਹਾ ਹੈ? ਇਹਦੇ ਵਿੱਚ ਇਹ ਨੁਕਸਾਨ ਸਾਨੂੰ ਜਿਹੜਾ ਨਾ ਕਾਫੀ ਨੁਕਸਾਨ ਹੋ ਗਿਆ, ਬਹਰਾਲ ਇਹ ਵੀ ਅੱਲਾ ਦਾ ਸ਼ੁਕਰ ਹੈ ਠੀਕ ਰਿਹਾ ਕੰਮ। ਅੱਛਾ, ਜਿਹੜਾ ਤੁਹਾਨੂੰ ਨੁਕਸਾਨ ਹੋਇਆ ਹੈ ਉਹ ਨੁਕਸਾਨ ਦੀ ਕੀ ਵਜ੍ਹਾ ਬਣੀ ਹੈ? ਨੁਕਸਾਨ ਦੀ ਵਜ੍ਹਾ ਹੈ ਕਿ ਕੇਅਰ ਨਹੀਂ ਸਾਡੇ ਕੋਲ ਹੋਈ ਜਿਹੜਾ ਨਾ ਉਹ ਜੀ, ਤੇ ਇੱਕ ਚੂਜ਼ਾ ਮਰਦਾ ਸੀ, ਉਹ ਇੱਕ ਚੂਜ਼ਾ ਮਾਰਦਿਆਂ ਸਾਰੀ ਜਿਹੜਾ ਨਾ ਬਈ ਨਾਲ ਹੀ ਸਾਰੇ ਡਿੱਗਣੇ। ਇੱਕ ਦੋ ਦਿਨ ਨਹੀਂ ਆ ਧਿਆਨ ਕੀਤਾ ਤੇ ਉਹ ਸਾਰੇ ਯਾਨੀ ਕਾਫੀ ਜ਼ਿਆਦਾ ਉਹ 1-2 ਦੀ ਵਜ੍ਹਾ ਤੋਂ ਜਿਹੜੀ ਬਿਮਾਰੀ ਹੈ ਉਹ ਦੂਸਰੇ ਚੂਜ਼ਿਆਂ 'ਚ ਵੀ ਕਾਫੀ ਜ਼ਿਆਦਾ ਤਾਦਾਦ ਵਿੱਚ ਫੈਲ ਜਾਂਦੀ ਹੈ। ਬਿਲਕੁਲ। ਇਹਦਾ ਫਿਰ ਮਤਲਬ ਇਹ ਹੋਇਆ ਕਿ ਅਗਰ 1-2 ਚੂਜ਼ਾ ਬਿਮਾਰ ਹੁੰਦਾ ਤੇ ਉਹਦਾ ਫੌਰਨ ਇਲਾਜ ਕਰਾਓ ਤੇ ਜਿਹੜੇ ਦੂਸਰੇ ਚੂਜ਼ੇ ਨੇ ਉਹਨਾਂ ਨੂੰ ਵੀ ਬਚਾਓ। ਬਿਲਕੁਲ। ਤੇ ਸਰ ਤੁਸੀਂ ਇਹ ਜਿਹੜਾ ਕੰਮ ਕਰਦੇ ਹੋ ਇੱਕ ਦਿਨ ਦਾ ਚੂਜ਼ਾ ਲਿਆਉਂਦੇ ਹੋ ਜਾਂ ਕਿ ਜ਼ਿਆਦਾ ਦਿਨ ਦਾ ਹੁੰਦਾ ਹੈ? ਨਹੀਂ, ਅਸੀਂ ਜਦੋਂ ਨਿਕਲ ਲੈਣਾ ਤਕਰੀਬਨ ਇੱਕ ਦਿਨ ਦਾ ਹੀ ਉਹ ਲੈ ਆਈਦਾ। ਤੇ ਕਿਹੜੀ ਜਗ੍ਹਾ ਤੋਂ ਤੁਸੀਂ ਖਰੀਦਦੇ ਹੋ? ਅਸੀਂ ਤੇ ਉਥੋਂ ਡਸਕੇ ਤੋਂ ਅੱਗੇ ਜਿਹੜਾ ਨਾ ਫਾਈਨ ਹੈਚਰੀ ਵਾਲੇ ਨੇ ਉਹਨਾਂ ਕੋਲੋਂ। ਇੱਕ ਦਿਨ ਦਾ ਚੂਜ਼ਾ ਕਿੰਨੇ ਕੁ ਦਾ ਮਿਲ ਜਾਂਦਾ ਹੈ? ਇੱਕ ਦਿਨ ਦਾ ਚੂਜ਼ਾ ਜਿਹੜਾ ਨਾ ਤਕਰੀਬਨ ਸਾਨੂੰ ਪਿਆ ਹਜੇ 23 ਰੁਪਏ ਚ ਜਿਹੜਾ ਨਾ ਪੈ ਗਿਆ। ਇਹ ਪਹੁੰਚ ਜੀ। ਮਾਸ਼ਾਅੱਲਾ ਸਰ ਤੁਹਾਡਾ ਸਾਲ ਦਾ ਤਜਰਬਾ ਹੈ, ਪਹਿਲੇ ਨਫਾ ਵੀ ਹੋਇਆ, ਬਾਅਦ ਚੋਂ ਬਿਮਾਰੀ ਦੀ ਵਜ੍ਹਾ ਤੋਂ ਨੁਕਸਾਨ ਵੀ ਹੋਇਆ ਜੀ। ਇਹਨਾਂ ਨੂੰ ਜ਼ਿਆਦਾਤਰ ਕਿਹੜੀ ਬਿਮਾਰੀ ਹੁੰਦੀ ਹੈ? ਇਹਨਾਂ ਨੂੰ ਕਈ ਜਿਹੜਾ ਨਾ ਬਿਮਾਰੀਆਂ ਹੁੰਦੀਆਂ ਨੇ ਬਈ, ਤਕਰੀਬਨ ਮਾਤਾ ਨਿਕਲ ਆਉਂਦੀ ਹੈ, ਫਿਰ ਉਸ ਤੋਂ ਬਾਅਦ ਇਹਨਾਂ ਨੂੰ ਜਿਹੜਾ ਨਾ ਸਰਦੀਆਂ ਚ ਆ ਕੇ ਠੰਡ ਲੱਗਣੀ ਸ਼ੁਰੂ ਹੋ ਜਾਂਦੀ ਹੈ। ਹੋਰ ਬਕਾਇਆ ਜਿਹੜਾ ਨਾ ਮੂੰਹ ਤੇ ਦਾਣੇ ਨਿਕਲ ਆਉਂਦੇ ਨੇ ਇਹਨਾਂ ਦੀਆਂ ਅੱਖਾਂ ਦੇ, ਮੂੰਹ ਸੁੱਜ ਜਾਂਦਾ ਹੈ, ਅੱਖਾਂ ਸੁੱਜ ਜਾਂਦੀਆਂ ਨੇ, ਨੱਕ ਚੋਂ ਪਾਣੀ ਵਗਣ ਲੱਗ ਪੈਂਦਾ। ਅੱਛਾ, ਕਈ ਤਰ੍ਹਾਂ ਦੀਆਂ ਬਿਮਾਰੀਆਂ ਤੇ ਇਹ ਜਿਹੜੀਆਂ ਬਿਮਾਰੀਆਂ ਨੇ ਇਹਨਾਂ ਦਾ ਕੋਈ ਖੁਦ ਦੇਸੀ ਇਲਾਜ ਕਰਦੇ ਹੋ ਜਾਂ ਕਿ ਕੋਈ ਡਾਕਟਰ ਨਾਲ ਤੁਸੀਂ ਰਾਬਤਾ ਕਰਦੇ ਹੋ? ਨਹੀਂ, ਡਾਕਟਰ ਨਾਲ ਹੀ ਰਾਬਤਾ ਕਰੀਦਾ ਤੇ ਉਹ ਵੀ ਆ ਕੇ ਜਿਹੜਾ ਦਵਾਈ ਸ਼ਵਾਈ ਲੈਂਦੇ। ਅੱਛਾ, ਇਹ ਕਿੰਨੇ ਕੁ ਦਿਨ ਬਾਅਦ ਤੁਸੀਂ ਡਾਕਟਰ ਦਾ ਚੈੱਕਅਪ ਕਰਾਉਂਦੇ ਹੋ? ਤਕਰੀਬਨ ਜਿਹੜਾ ਨਾ ਹਫਤੇ 'ਚ ਇੱਕ ਦਫਾ ਤੇ ਉਹਦਾ ਰੋਣ ਲੱਗਦਾ ਹੈ। ਅੱਛਾ ਜੀ। ਤੇ ਉਹ ਕੀ ਕੋਈ ਤੁਹਾਡੇ ਕੋਲ ਮੁਆਵਜ਼ਾ ਲੈਂਦਾ? ਮੁਆਵਜ਼ਾ ਤਕਰੀਬਨ ਉਹ ਹੈ 1000 ਰੁਪਇਆ ਫੇਰੇ ਦਾ ਜਿਹੜਾ ਨਾ ਲੈ ਲੈਂਦਾ ਬਈ, ਜੇ ਤੇ ਕੋਈ ਵਿੱਚੋਂ ਦਵਾਈ ਸ਼ਵਾਈ ਦੇ ਤੇ ਉਹਦੇ ਵੱਖਰੇ ਪੈਸੇ ਦੇਣਾ। ਤੇ ਮਲਕ ਸਾਹਿਬ ਇਸ ਤੋਂ ਇਲਾਵਾ ਉਹ ਤੇ ਹੋ ਗਿਆ ਨਾ ਤੁਸੀਂ ਡਾਕਟਰ ਨੂੰ ਬੁਲਾਉਂਦੇ ਹੋ, ਕੁਝ ਲੋਕ ਹੁੰਦੇ ਨੇ ਇਹਨਾਂ ਨੂੰ ਥੋਮ ਅਦਰਕ ਵਗੈਰਾ ਵੀ ਦਿੰਦੇ ਨੇ, ਕਹਿੰਦੇ ਨੇ ਕਿ ਇਹਨਾਂ ਦੀ ਸਿਹਤ ਵਾਸਤੇ ਅੱਛਾ ਹੁੰਦਾ ਹੈ। ਤੁਸੀਂ ਵੀ ਕੋਈ ਇਸ ਤਰ੍ਹਾਂ ਦੀਆਂ ਚੀਜ਼ਾਂ ਇਸਤੇਮਾਲ ਕਰਦੇ ਹੋ? ਬੜੇ ਦਈਦੇ ਨੇ, ਗੁੜ ਚ ਪਾਣੀ ਜਿਹੜਾ ਨਾ ਪਾਣੀ ਚ ਗੁੜ ਪਾ ਕੇ ਤੇ ਜਿਹੜਾ ਨਾ ਉਹ ਵੀ ਦਈਦਾ ਠੰਡ ਛੰਡ ਦੇ ਵਿੱਚ। ਉਂਝ ਵੀ ਜਦੋਂ ਗਰਮੀ ਜ਼ਿਆਦਾ ਹੋਈਏ ਫਿਰ ਵੀ ਦਈਦਾ ਜਿਹੜਾ ਨਾ। ਇਹ ਸਰਦੀ ਵਿੱਚ ਤੁਸੀਂ ਪਾਣੀ ਦੇ ਅੰਦਰ ਗੁੜ ਸ਼ਾਮਲ ਕਰਦੇ ਹੋ ਤੇ ਗਰਮੀ ਵਿੱਚ ਇਹਨਾਂ ਨੂੰ ਕੀ ਦਿੰਦੇ ਹੋ? ਗਰਮੀ 'ਚ ਵੀ ਜਿਹੜਾ ਨਾ ਗੁੜ ਸ਼ੱਕਰ ਹੈ ਇੰਦਾ ਜਿਹੜਾ ਨਾ, ਕਿਉਂਕਿ ਇਹ ਪਾਣੀ 'ਚ ਜਿਹੜਾ ਨਾ ਵੀ ਸਹੀ ਰਹਿੰਦਾ ਹੈ ਨਾ, ਮਿਹਦਾ ਜਿਹੜਾ ਸੈੱਟ ਰਹਿੰਦਾ ਜਾਨਵਰਾਂ ਦਾ। ਅੱਛਾ, ਯਾਨੀ ਕਿ ਗਰਮੀ 'ਚ ਵੀ ਇਹਤਿਆਤ ਕਰੋ ਤੇ ਸਰਦੀ 'ਚ ਵੀ ਕਰੋ। ਬਿਲਕੁਲ। ਤੇ ਜ਼ਿਆਦਾ ਬਿਮਾਰੀ ਇਹਨਾਂ ਨੂੰ ਗਰਮੀ 'ਚ ਲੱਗਦੀ ਹੈ ਜਾਂ ਕਿ ਸਰਦੀ 'ਚ ਲੱਗਦੀ ਹੈ? ਇਹਨਾਂ ਨੂੰ ਜ਼ਿਆਦਾ ਬਿਮਾਰੀ ਜਿਹੜਾ ਨਾ ਇਹਨਾਂ ਵਾਸਤੇ ਵੀ ਗਰਮੀ ਨਹੀਂ ਜ਼ਿਆਦਾ ਚੰਗੀ ਹੈ ਤੇ ਨਾ ਸਰਦੀ ਜਿਹੜਾ ਨਾ। ਸਰਦੀਆਂ 'ਚ ਤੇ ਉਂਝ ਹੀ ਜਿਹੜਾ ਨਾ ਬਈ ਇਕੱਠੇ ਹੋਏ ਰਹਿੰਦੇ ਨੇ, ਜ਼ਿਆਦਾਤਰ ਬਿਮਾਰੀ ਪੈਂਦੀ ਸਰਦੀਆਂ 'ਚ ਜਿਹੜਾ ਨਾ। ਤੇ ਸਰ ਤੁਹਾਡਾ ਮੇਨ ਮਕਸਦ ਕੀ ਹੁੰਦਾ ਹੈ? ਇਹਨਾਂ ਦੇ ਅੰਡੇ ਹਾਸਲ ਕਰਦੇ ਹੋ ਜਾਂ ਕਿ ਇਹਨਾਂ ਨੂੰ ਤਿਆਰ ਕਰਕੇ ਗੋਸ਼ਤ ਵਾਸਤੇ ਸੇਲ ਕਰਦੇ ਹੋ? ਨਹੀਂ, ਤਿਆਰ ਕਰਕੇ ਤੇ ਗੋਸ਼ਤ ਵਾਸਤੇ ਸੇਲ ਕਰੀ ਦੇ ਹਨ ਪਹਿਲੇ, ਤੇ ਹੁਣ ਜਿਹੜਾ ਨਾ ਹਾਂ ਇਹ ਸੋਚਿਆ ਕਿ ਅੰਡੇ ਲਿਆ ਕੇ ਨਾ ਤੇ ਖੁਦ ਬੱਚੇ ਕਢਾ ਕੇ ਵੇਚਣੇ। ਅੱਛਾ, ਯਾਨੀ ਕਿ ਅੰਡੇ ਇਹਨਾਂ ਦੇ ਜਿਹੜੇ ਨੇ ਉਹਨਾਂ ਤੋਂ ਚੂਜ਼ੇ ਕਢਵਾਓ ਤੇ ਉਹ ਵੀ ਫਾਇਦਾਮੰਦ ਹੈ? ਜੀ ਬਿਲਕੁਲ। ਤੇ ਇਸ ਮਕਸਦ ਵਾਸਤੇ ਤੁਸੀਂ ਕੋਈ ਇਨਕੂਬੇਟਰ ਲਵੋ ਦੇ ਜਾਂ ਕਿਸੇ ਹੈਚਰੀ ਨਾਲ ਰਾਬਤਾ ਕਰੋ ਦੇ? ਨਹੀਂ, ਇਨਕੂਬੇਟਰ ਜਿਹੜਾ ਨਾ ਆਪਣਾ ਵੀ ਹੱਥੇ ਰੱਖਾਂਦੇ ਆ ਜੀ। ਜ਼ਬਰਦਸਤ ਹੋ ਗਿਆ।
ਭਾਈ ਜਾਨ ਇਹ ਦੱਸੋ ਕਿ ਇੱਕ ਦਿਨ ਦਾ ਚੂਜ਼ਾ ਲਿਆਉਂਦੇ ਹੋ, ਉਹਨੂੰ ਤਿਆਰ ਕਰਨਾ ਹੈ, ਉਹਦੀ ਤਿਆਰੀ ਤੇ ਕਿੰਨਾ ਅਰਸਾ ਲੱਗਦਾ ਹੈ ਤੇ ਉਹਦੀ ਜਿਹੜੀ ਅੱਛੀ ਤਿਆਰੀ ਹੈ ਉਹ ਕਿੰਜ ਮੁਮਕਨ ਹੈ? ਉਹਦੇ ਜਿਹੜਾ ਇੱਕ ਦਿਨ ਦਾ ਚੂਜ਼ਾ ਲਿਆਉਣਾ ਨਾ, ਉਹਦਾ ਤਕਰੀਬਨ ਜਿਹੜਾ ਨਾ 6 ਮਹੀਨੇ ਜਿਹੜਾ ਨਾ ਸਹੀ ਵੇ ਜਿਹੜਾ ਪ੍ਰੋਸੈਸ ਹੈ। ਤੇ ਜੇ ਤੇ ਫੀਡ ਪਾ ਕੇ ਤਿਆਰ ਕਰੋ ਤੇ ਹਰਾਏ 3 ਮਹੀਨਿਆਂ ਚ ਤਿਆਰ ਹੋ ਜਾਂਦਾ, ਰੈਡੀ ਹੋ ਜਾਂਦਾ। ਅੱਛਾ, ਇਹ ਦੇਸੀ ਖੁਰਾਕ ਤੇ ਰੱਖੋ ਤੇ ਜਿਹੜਾ ਨਾ 6 ਮਹੀਨੇ ਲੱਗਦੇ। 6 ਕੁਝ ਲੋਕ ਹੁੰਦੇ ਨੇ ਫੀਡ ਉੱਤੇ ਤਿਆਰ ਕਰਦੇ ਨੇ, ਕੁਝ ਦੇਸੀ ਖੁਰਾਕ ਤੇ ਤਿਆਰ ਕਰਦੇ ਨੇ। ਜੀ ਬਿਲਕੁਲ। ਜ਼ਿਆਦਾ ਖਰਚਾ ਫੀਡ ਉੱਤੇ ਹੁੰਦਾ ਹੈ ਜਾਂ ਕਿ ਦੇਸੀ ਖੁਰਾਕ ਤੇ ਹੁੰਦਾ ਹੈ? ਜ਼ਿਆਦਾ ਖਰਚਾ ਜਿਹੜਾ ਦੇਸੀ ਖੁਰਾਕ ਤੇ ਹੁੰਦਾ ਹੈ। ਅੱਛਾ ਜੀ ਬਿਲਕੁਲ, ਕਿਉਂਕਿ ਉਹ 6 ਮਹੀਨੇ ਜਿਹੜਾ ਨਾ ਜਾਨਵਰ ਇੰਨਾ ਕੁ ਹਰ ਖਾਣ ਲੱਗ ਪੈਣਾ ਨਾ ਦੇਸੀ ਖੁਰਾਕ, ਜਿਉਂ ਵੱਡਿਆ ਹੋਣਾ ਉਹਨਾਂ ਖੁਰਾਕ ਜਿਹੜਾ ਜ਼ਿਆਦਾ ਖਾਣੀ ਹੈ। ਤੇ ਦੇਸੀ ਖੁਰਾਕ ਤੇ ਤਿਆਰ ਕਰੀਏ ਫੇਰ ਜ਼ਿਆਦਾ ਫਾਇਦਾ ਮਿਲਦਾ ਹੈ ਜਾਂ ਕਿ ਫੀਡ ਉੱਤੇ ਜ਼ਿਆਦਾ ਫਾਇਦਾ ਮਿਲਦਾ ਹੈ? ਫੀਡ ਤੇ ਜ਼ਿਆਦਾ ਜਿਹੜਾ ਨਾ ਫਾਇਦਾ ਮਿਲਦਾ ਹੈ। ਤੇ ਸਰ ਫੀਡ ਕਿਹੜੀ ਇਸਤੇਮਾਲ ਕਰਵਾਉਂਦੇ ਉਹਨਾਂ ਨੂੰ? ਫੀਡ ਜਿਹੜਾ 14 ਨੰਬਰ ਜਿਹੜਾ ਨਾ ਫੀਡ ਜੇ ਤੇ ਪਾਓ ਤੇ 14 ਨੰਬਰ। 14 ਨੰਬਰ? ਜੀ ਬਿਲਕੁਲ। ਜਦੋਂ ਇੱਕ ਦਿਨ ਦਾ ਚੂਜ਼ਾ ਹੁੰਦਾ ਹੈ ਉਦੋਂ ਦੀ ਫੀਡ ਕਿਹੜੀ ਹੁੰਦੀ ਹੈ? ਜਿਉਂ ਉਹਦੀ ਉਮਰ ਜ਼ਿਆਦਾ ਹੁੰਦੀ ਹੈ ਉਹਦੀ ਜਿਹੜਾ ਫੀਡ ਵਿੱਚ ਤਬਦੀਲੀ ਹੁੰਦੀ ਹੈ ਉਹ ਜ਼ਰਾ ਤਫਸੀਲ ਨਾਲ ਦੱਸੋ। ਤੁਸੀਂ ਅਗਰ ਦੇਸੀ ਖੁਰਾਕ ਇਸਤੇਮਾਲ ਕਰਦੇ ਹੋ? ਅਸੀਂ ਤੇ ਦੇਸੀ ਜਿਹੜਾ ਨਾ ਖੁਰਾਕ ਜਿਹੜਾ ਨਾ ਕੀਤੀ ਹੈ ਤੇ ਵਿੱਚ ਜਿਹੜਾ ਨਾ ਪਾਈ ਹੀ ਜਿਹੜਾ ਨਾ ਫੀਡ ਵੀ ਭਾਗ ਚਾ ਕੀਤੀ ਹੈ ਫਲਾਗ ਨੂੰ ਜਿਹੜਾ ਨਾ। ਅੱਛਾ ਜੀ। ਤੇ ਇੱਕ ਫਲਾਕ ਨੂੰ ਮੁਕੰਮਲ ਫੀਡ ਉੱਤੇ ਤਿਆਰ ਕੀਤਾ ਹੈ ਜਾਂ ਕਿ ਕੁਛ ਅਰਸਾ? ਜਿਹੜਾ ਨਾ ਕੁਛ ਅਰਸਾ ਜਿਹੜਾ ਨਾ ਫੀਡ ਪਾਈ ਹੈ ਜਿਹੜਾ ਨਾ ਮੁਕਾਇਆ ਹਰਾਹੀ ਦੇਸੀ ਖੁਰਾਕ, ਕਿਉਂਕਿ ਸਾਨੂੰ ਨਹੀਂ ਉਹ ਜਿਹੜਾ ਨਾ ਉਹਦੇ ਨਾਲ ਉਹ ਹੀਟ ਜ਼ਿਆਦਾ ਹੋ ਜਾਂਦੀ ਹੈ ਉਹਨਾਂ 'ਚ, ਉਹ ਹਰ ਬਿਮਾਰੀ ਫੈਲਣਾ ਸ਼ੁਰੂ ਹੋ ਜਾਂਦੀ ਹੈ। ਅੱਛਾ, ਯਾਨੀ ਕਿ ਅਗਰ ਫੀਡ ਦਾ ਫਾਇਦਾ ਤੇ ਦੂਸਰੀ ਤਰਫ ਉਹਦਾ ਨੁਕਸਾਨ ਹੈ ਵੇ ਕਿ ਜਿਹੜੇ ਪਰਿੰਦੇ ਨੇ ਇਹਨਾਂ ਨੂੰ ਬਿਮਾਰੀ ਵੀ ਹੁੰਦੀ ਹੈ। ਬਿਮਾਰੀ ਵੀ ਹੁੰਦੀ ਬਿਲਕੁਲ। ਤਿਆਰੀ ਉਹਨਾਂ ਦੀ ਜਲਦੀ ਹੋ ਜਾਂਦੀ ਹੈ ਲੇਕਿਨ ਬਿਮਾਰੀ ਹੁੰਦੀ ਹੈ, ਫਿਰ ਨੁਕਸਾਨ ਦਾ ਖਦਸ਼ਾ ਵੀ ਹੈ। ਤੇ ਫੀਡ ਤੁਸੀਂ ਫਿਰ 14 ਨੰਬਰ ਇਸਤੇਮਾਲ ਕਰਦੇ ਹੋ? ਜੀ। ਤੇ ਜਿਹੜੀ ਦੇਸੀ ਖੁਰਾਕ ਹੈ ਉਹ ਕਿਹੜੀ ਇਸਤੇਮਾਲ ਕਰਾਉਂਦੇ ਹੋ ਉਹਨਾਂ ਨੂੰ? ਦੇਸੀ ਖੁਰਾਕ ਇਹੀ ਕਿ ਕਣਕ ਮਕਈ ਤੇ ਜਿਹੜਾ ਨਾ ਬਾਜਰਾ ਵਿੱਚ ਇਹੋ ਜਿਹੀਆਂ ਰਲਿਆ ਵਾਲਿਆ ਮਿਕਸ ਹੁੰਦਾ ਤਾਂ ਮਿਕਸ। ਜੀ। ਇਹ ਰੋਜ਼ਾਨਾ ਕਿੰਨੀ ਦਫਾ ਖੁਰਾਕ ਇਸਤੇਮਾਲ ਕਰਾਣੀ ਹੁੰਦੀ ਹੈ? ਤਕਰੀਬਨ 3 ਟਾਈਮ ਇਹੀ ਖੁਰਾਕ ਪਾਉਂਦੇ ਆ। ਤੇ ਇਸ ਤੋਂ ਇਲਾਵਾ ਬਾਹਰ ਖੁੱਲੀ ਜਗ੍ਹਾ 'ਚ ਇਹਨਾਂ ਨੂੰ ਕੋਈ ਤੁਸੀਂ ਫੇਰਦੇ ਵੀ ਹੋ? ਜੀ ਬਿਲਕੁਲ। ਕਿੰਨੀ ਕੁ ਦੇਰ? ਤਕਰੀਬਨ ਸਵੇਰ ਵੀ ਦੁਪਹਿਰ ਵੀ ਸ਼ਾਮ ਵੀ ਜਿਹੜਾ ਨਾ ਬਾਹਰ ਖੋਲੀ ਦੇ ਨੇ ਹੱਥ ਜਿਹੜਾ ਨਾ। ਠੀਕ ਹੈ, ਯਾਨੀ ਤੁਹਾਡਾ ਆਪਣਾ ਨਾਲ ਇੱਥੇ ਏਰੀਆ ਹੋਵੇ। ਤੇ ਸਰ ਤੁਸੀਂ ਦੱਸਿਆ ਕਿ ਦੇਸੀ ਖੁਰਾਕ ਅਗਰ ਇਸਤੇਮਾਲ ਕਰਾਓ ਤੇ 6 ਮਹੀਨੇ ਲੱਗਦੇ ਨੇ। ਹਾਂਜੀ। 6 ਮਹੀਨੇ ਦੇ ਦੌਰਾਨ ਇਹਨਾਂ ਦੀ ਕਿੰਨੀ ਦਫਾ ਵੈਕਸੀਨੇਸ਼ਨ ਕਰਾਉਂਦੇ ਹੋ ਯਾਨੀ ਕਿ ਬਿਮਾਰੀਆਂ ਤੋਂ ਮਹਿਫੂਜ਼ ਰਹਿਣ? ਪਹਿਲੇ ਜਿਹੜਾ ਨਾ ਇਹਨਾਂ ਦੀ 12 ਵੈਕਸੀਨ ਹੁੰਦੀ ਹੈ ਜਿਹੜਾ ਨਾ, ਪਹਿਲੇ ਤਕਰੀਬਨ ਜਦੋਂ ਲਿਆਉਣਾ ਨਾ ਤੇ ਦੂਸਰੇ ਦਿਨ ਜਿਹੜਾ ਨਾ ਇਹਦੀ ਵੈਕਸੀਨ ਕਰਨੀ ਹੈ ਇੱਕ। ਅੱਛਾ। ਉਹ ਪਾਣਾ ਪੁਣਾ ਕੱਖ ਨਹੀਂ ਜਦੋਂ ਲਿਆਉਣਾ, ਤੇ ਫਿਰ ਉਸ ਤੋਂ ਬਾਅਦ ਜਿਹੜਾ ਨਾ ਉਹ 6 ਦਿਨਾਂ ਬਾਅਦ ਹਰਿਆਣਾ ਵੀ ਕਾਫੀ ਦਿਨ ਜਿਹੜਾ ਨਾ ਛੱਡ ਕੇ ਤੇ ਹਰਿਆਣਾ ਦੀ ਵੈਕਸੀਨ ਜਿਹੜਾ ਨਾ ਕਰਦੇ ਰਹੋ ਤੇ ਹਰਿਆਣਾ ਬਿਮਾਰੀ ਜਿਹੜਾ ਨਾ ਘੱਟ ਹੀ ਹੱਛਾ ਹੁੰਦਾ ਜਾਇਆ ਹੁੰਦਾ ਚੂਜ਼ੇ। ਤੇ ਇਹ ਜਿਹੜੀ ਵੈਕਸੀਨ ਇਹਨਾਂ ਦੀ ਖੁਦ ਹੀ ਕਰ ਲੈਂਦੇ ਆ ਜਾਂ ਕਿ ਵੀ ਡਾਕਟਰ ਨੂੰ ਬੁਲਾਉਂਦੇ ਤੋ ਕਰ? ਨਹੀਂ, ਵੈਕਸੀਨ ਅਸੀਂ ਖੁਦ ਕਰ ਲੈਂਦੇ ਆ। ਬਕਾਇਆ ਜੇ ਕੋਈ ਟੀਕੇ ਸ਼ਿਕੇ ਆ ਉਹਦੇ ਪਰੇ ਜਿਹੜਾ ਨਾ ਜੇ ਜ਼ਿਆਦਾ ਬਿਮਾਰੀ ਆਈ ਹੈ ਤੇ ਡਾਕਟਰ ਨੂੰ ਬੁਲਾ ਲਈਦਾ, ਨਾਲੇ ਉਹ ਆ ਕੇ ਦੱਸ ਜਾਂਦਾ ਨਾ ਬਈ। ਜੀ। ਤੇ ਮਲਕ ਸਾਹਿਬ, ਜਿਹੜਾ ਤੁਹਾਡਾ ਦੂਸਰਾ ਫਲਾਕ ਹੈ ਤੁਸੀਂ ਕਿੰਨੇ ਚੂਜ਼ੇ ਖਰੀਦੇ ਹਨ ਤੇ ਕਿੰਨੇ ਬਚੇ ਨੇ? ਤਕਰੀਬਨ 1700 ਚੂਜ਼ਾ ਜਿਹੜਾ ਨਾ ਖਰੀਦਿਆ ਸੀ ਤੇ ਸਾਨੂੰ ਇਹਦੇ ਚ ਕਾਫੀ ਨੁਕਸਾਨ ਹੋਇਆ। ਤਕਰੀਬਨ ਇਸ ਟਾਈਮ ਜਿਹੜਾ ਨਾ ਕੋਈ 200-250 ਜਿਹੜਾ ਨਾ ਚੂਜ਼ਾ ਬਚਿਆ ਸਾਡਾ। ਯਾਨੀ ਕਿ ਤੁਹਾਡਾ 1500 ਚੂਜ਼ਾ ਜਿਹੜਾ ਉਹ ਨੁਕਸਾਨ ਹੋ ਗਿਆ। ਇੰਨੀ ਵੱਡੀ ਤਾਦਾਦ 'ਚ ਤੁਹਾਡੇ ਚੂਜ਼ੇ ਨੁਕਸਾਨ ਹੋਏ ਨੇ। ਪਹਿਲਾ ਫਲਾਕ ਤੁਹਾਡਾ ਬਿਹਤਰ ਰਿਹਾ ਸੀ। ਐਤਕੀ ਜਿਹੜੀ ਮੇਨ ਵਜ੍ਹਾ ਬਣੀ ਹੈ ਬਿਮਾਰੀ ਦੀ ਵਜ੍ਹਾ ਬਣੀ ਹੈ, ਤੁਹਾਡੀ ਗਫਲਤ ਦੀ ਵਜ੍ਹਾ ਬਣੀ ਹੈ ਜਾਂ ਕਿ ਇਸ ਤੋਂ ਇਲਾਵਾ ਕੋਈ ਹੋਰ ਵਜ੍ਹਾ ਹੈ? ਨਹੀਂ ਆਪੀ ਕੋਈ ਕੇਅਰ ਨਹੀਂ ਕੀਤੀ ਉਹ ਜੀ, ਤੇ ਨਾਲੇ ਉਸ ਤੋਂ ਬਾਅਦ ਇਹ ਜਦੋਂ ਬਿਮਾਰੀ ਪਈ ਆ ਉਦੋਂ ਕੋਈ ਇਹੋ ਜਿਹੀ ਕੇਅਰ ਨਹੀਂ ਕੀਤੀ। ਕੇਅਰ ਕੀਤੀ ਹੁੰਦੀ ਤੇ ਇਹ ਤੁਸੀਂ ਤਾਂ ਪਹੁੰਚਣਾ ਹੀ ਨਹੀਂ ਹੈ। ਯਾਨੀ ਕਿ ਮੇਨ ਉਹਨਾਂ ਦੀ ਕੇਅਰ ਵੀ ਕਰਨੀ ਪੈਂਦੀ ਹੈ ਤੇ ਬਿਮਾਰੀਆਂ ਦਾ ਖਿਆਲ ਵੀ ਰੱਖਣਾ ਪੈਂਦਾ ਹੈ। ਜਦੋਂ ਪਈ ਹੈ ਬਿਮਾਰੀਆਂ ਉਦੋਂ ਕੇਅਰ ਨਹੀਂ ਨਾ ਕੀਤੀ ਹੈ ਉਹਦੀ ਵਜ੍ਹਾ ਦੇ ਨਾਲ। ਮਲਕ ਸਾਹਿਬ, ਕੁਝ ਮੁਰਗੀਆਂ ਅੰਡੇ ਨਹੀਂ ਦਿੰਦੀਆਂ, ਉਹਨਾਂ ਦਾ ਵੀ ਕੋਈ ਇਲਾਜ ਹੈ ਵੇ ਜਾਂ ਕਿ ਨਹੀਂ? ਉਹਨਾਂ ਦਾ ਇਲਾਜ ਤਕਰੀਬਨ ਕਈ ਤੇ ਜਿਹੜਾ ਨਾ ਹੋ ਜਾਂਦੀਆਂ ਨੇ ਕਰੋ ਤੇ ਕਈ ਦੇਣ ਲੱਗ ਪੈਂਦੀਆਂ ਨੇ, ਕਈਆਂ ਦਾ ਜਿਹੜਾ ਨਾ ਨਹੀਂ ਵੀ ਦਿੰਦੀਆਂ। ਐਤਕੀ ਪਾਏ ਸਾਡੀਆਂ ਜਿਹੜਾ ਨਹੀਂ ਦਿੱਤੀਆਂ। ਅੱਛਾ। ਤੇ ਕਿੰਨੇ ਮਹੀਨੇ ਦੀ ਮੁਰਗੀ ਅੰਡੇ ਦੇਣਾ ਸ਼ੁਰੂ ਕਰ ਦਿੰਦੀ ਹੈ? 6 ਮਹੀਨਿਆਂ ਦੀ ਜਿਹੜਾ ਨਾ ਮੁਰਗੀ ਜਿਹੜਾ ਨਾ ਅੰਡਾ ਦੇਣਾ ਸ਼ੁਰੂ ਕਰ ਦੇਸੀ ਖੁਰਾਕ ਤੇ? ਜੀ ਬਿਲਕੁਲ। ਜ਼ਬਰਦਸਤ। ਤੇ ਕਿੰਨੇ ਘੰਟੇ ਦੇਈ ਜਾਂਦੀ ਹੈ? ਤਕਰੀਬਨ ਸਾਰਾ ਸਾਲ ਹੀ ਜਿਹੜਾ ਨਾ ਚੱਲਦੀ ਰਹਿੰਦੀ ਹੈ। ਤੇ ਤੁਸੀਂ ਸਰ ਜਿਹੜੇ ਪਹਿਲੇ ਚੂਜ਼ੇ ਤਿਆਰ ਕੀਤੇ ਹਨ 450 ਜੀ, ਉਹਨਾਂ ਦੇ ਅੰਡੇ ਸੇਲ ਕੀਤੇ ਹੈ ਜੇ ਜਾਂ ਕਿ ਉਹ ਮੁਰਗੀਆਂ ਸੇਲ ਕੀਤੀਆਂ ਹਨ? ਤੇ ਮੁਰਗੇ
ਉਹ ਮੁਰਗੇ ਜਿਹੜਾ ਨਾ ਸੇਲ ਹੋ ਗਏ ਸਾਡੇ। ਅੰਡੇ ਵੀ ਸੇਲ ਹੋਏ ਹਨ? ਨਹੀਂ ਆਂਡੇ ਨਹੀਂ। ਅੱਛਾ, ਯਾਨੀ ਕਿ ਆਂਡੇ ਦੇਣ ਤੇ ਆਈਆਂ ਹਨ ਵਿੱਚ ਦਿੰਦੀ ਹੀ ਨਹੀਂ ਹੈ ਤੇ ਉਹ ਵਜ੍ਹਾ ਹੋ ਗਈ। ਯਾਨੀ ਕਿ ਤੁਸੀਂ ਮੁਰਗੀਆਂ ਤੇ ਮੁਰਗੇ ਸੇਲ ਕਰ ਦਿੱਤੇ ਗੋਸ਼ਤ ਦੇ ਮਕਸਦ ਵਾਸਤੇ? ਹਾਂਜੀ। ਤੇ ਕੀ ਰੇਟ ਮਿਲ ਗਿਆ ਸੀ ਤੁਹਾਨੂੰ? ਉਹ ਤਕਰੀਬਨ ਇੱਥੇ 500 ਰੁਪਏ ਦਾ ਜਿਹੜਾ ਨਾ। ਇਹ ਮੁਰਗੀ ਕੀ ਮੁਰਗਾ? ਮੁਰਗਾ ਜਿਹੜਾ 1000 ਰੁਪਏ ਚ ਜਾਂਦਾ ਰਿਹਾ ਤੇ ਮੁਰਗੀ ਜਿਹੜਾ ਨਾ ਉਹ ਅਸੀਂ 500 ਚ ਜਿਹੜਾ ਨਾ। 500 ਚ ਜੀ। ਸਰਦੀਆਂ 'ਚ ਤੁਹਾਨੂੰ ਪਹਿਲੇ ਵੀ ਵੀਡੀਓ ਬਣਾਈ ਸੀ, ਤੁਸੀਂ ਉਦੋਂ ਵੀ ਜ਼ਿਕਰ ਕੀਤਾ ਸੀ ਕਿ ਸਾਡਾ 1000 ਚ ਸੇਲ ਹੋਇਆ। ਕੁਝ ਦੋਸਤ ਕਹਿੰਦੇ ਹਨ ਕਿ 1000 ਦਾ ਕਿੱਥੇ ਸੇਲ ਹੁੰਦਾ ਹੈ। ਉਹਨਾਂ ਨੂੰ ਮੈਂ ਦੱਸਣਾ ਚਾਹਾਂਗਾ ਕਿ ਜਿਹੜਾ ਸਿਆਲਕੋਟ ਦਾ ਇਲਾਕਾ ਹੈ, ਇੱਥੇ ਸਮਝੋ ਕਿ ਦੂਸਰੇ ਇਲਾਕਿਆਂ ਦੀ ਨਿਸਬਤ ਰੇਟ ਅੱਛਾ ਮਿਲ ਜਾਂਦਾ ਹੈ। ਇੱਥੇ ਮਹਿੰਗਾਈ ਥੋੜੀ ਜ਼ਿਆਦਾ ਹੈ ਤੇ ਸਰਦੀ ਵਿੱਚ ਤੇ ਤੁਹਾਨੂੰ ਰੇਟ ਅੱਛਾ ਮਿਲ ਗਿਆ ਸੀ। ਤੇ ਗਰਮੀ 'ਚ ਕਿੰਨੇ ਦਾ ਸੇਲ ਹੋ ਜਾਂਦਾ ਹੈ? ਗਰਮੀ 'ਚ ਹੈ ਕਿ 600 700 ਹੈ ਤੁਸੀਂ ਦਾ ਜਿਹੜਾ ਨਾ ਮੁਰਗਾ ਜੀ 800 ਸੀ ਦਾ ਜਿਹੜਾ ਨਾ ਜਾਂਦਾ ਹੈ। ਤੇ ਮੁਰਗੀ ਕਿੰਨੇ ਦੀ ਸੇਲ ਹੋ ਜਾਂਦੀ? ਮੁਰਗੀ ਵੀ ਇਹ ਕਿ 500 ਜਿਹੜਾ ਨਾ 500 ਚ ਮੁਰਗੀ ਜਿਹੜਾ ਨਾ ਮੁਰਗੀ ਦਾ ਰੇਟ ਘੱਟ ਮਿਲਦਾ ਨਾ ਤਾਂ ਸੇ। ਅੱਛਾ, ਤੇ ਸਰ ਉਹ ਜਿਹੜਾ ਤੁਹਾਡਾ 450 ਚੂਜ਼ਾ ਸੀ ਜੀ, ਅਗਰ ਮੈਂ ਪੁੱਛਾਂ ਕਿ ਤੁਹਾਨੂੰ ਤਿਆਰ ਵੀ ਕੀਤਾ ਉਹਨੂੰ ਸੇਲ ਵੀ ਕੀਤਾ, ਉਹ ਤੁਹਾਨੂੰ 450 ਜਿਹੜੇ ਉਹ ਤਿਆਰ ਹੋਏ ਸਨ ਮੁਰਗੀਆਂ ਮੁਰਗੇ, ਉਹ ਕਿੰਨਾ ਪ੍ਰੋਫਿਟ ਦੇ ਗਏ ਹਨ? ਇਹਦਾ ਕੋਈ ਐਸਟੀਮੇਟ ਲਾਇਆ ਕਿ ਨਹੀਂ ਲਾਇਆ? ਇਹਨਾਂ ਤਕਰੀਬਨ ਜਿਹੜਾ ਨਾ 1 ਲੱਖ ਰੁਪਇਆ ਸਾਨੂੰ ਜਿਹੜਾ ਨਾ ਪ੍ਰੋਫਿਟ ਹੋ ਗਈ। ਉਹ ਜਿਹੜਾ 450 ਵੇ? ਜੀ ਬਿਲਕੁਲ। ਯਾਨੀ ਕਿ ਸਾਰਾ ਤਿਆਰੀ ਤੋਂ ਬਾਅਦ ਖਰਚਾ ਵਗੈਰਾ ਕੱਢ ਕੇ? ਹਾਂਜੀ। ਠੀਕ ਹੈ, ਮਾਸ਼ਾਅੱਲਾ ਸਰ, ਕਾਫੀ ਕੀਮਤੀ ਗੱਲਾਂ ਦੱਸੀਆਂ ਜੇ। ਜਿਹੜੇ ਦੋਸਤ ਇਹ ਵੀਡੀਓ ਵੇਖਦੇ ਨੇ ਪਏ, ਉਹਨਾਂ ਦਾ ਜ਼ਿਹਨ ਹੈ ਮੁਰਗੀਆਂ ਪਾਲ ਕੇ ਪੈਸੇ ਕਮਾਣਾ, ਉਹਨਾਂ ਵਾਸਤੇ ਕੋਈ ਅੱਛਾ ਜਿਹਾ ਮਸ਼ਵਰਾ? ਉਹ ਇਹ ਹੈ ਕਿ ਜੇ ਕਿਸੇ ਨੇ ਪਾਣੀਆਂ ਹੋਣ ਤੇ ਉਹਦੇ ਵਾਸਤੇ ਪਹਿਲੇ ਜਗ੍ਹਾ ਅਰੇਂਜਮੈਂਟ ਹੋਣੀ ਚਾਹੀਦੀ ਹੈ। ਫਿਰ ਜਗ੍ਹਾ ਤੋਂ ਬਾਅਦ ਜਿਹੜਾ ਨਾ ਉਹ ਆਪੀ ਹਿਆਲ ਰੱਖੇ ਕਿ ਨਾਲ ਬੰਦਾ ਜੇ ਅਗਰ ਰੱਖਣਾ ਬੰਦਾ ਰੱਖ ਕੇ ਉੱਤੇ ਫਿਰ ਵੀ ਆਪੀ ਵੀ ਰਹਿਣਾ ਪੈਂਦਾ, ਡਿਊਟੀ ਆਪੀ ਵੀ ਦੇਣੀ ਪੈਂਦੀ ਹੈ। ਤੇ ਉਹਦੇ ਵਾਸਤੇ ਇਹ ਹੀ ਹੈ ਬਈ ਜਿਹੜਾ ਨਾ ਸਹੀ ਹੈ ਵੀ ਜੇ ਕੋਈ ਕਰਨਾ ਚਾਹੇ ਤੇ ਬਿਹਤਰੀਨ ਹੈ ਜਿਹੜਾ। ਯਾਨੀ ਕਿ ਖੁਦ ਵੀ ਡਿਊਟੀ ਦੇ ਤੇ ਫਾਇਦਾ ਹੋ ਸਕਦਾ ਹੈ। ਜੀ ਬਿਲਕੁਲ। ਤੇ ਜਿਹੜੇ ਦੋਸਤ ਤੁਹਾਡੇ ਕੋਲ ਕੋਈ ਮਾਲੂਮਾਤ ਲੈਣਾ ਚਾਹੁੰਦੇ ਨੇ ਜਾਂ ਤੁਹਾਡੇ ਕੋਲ ਮੁਰਗੀ ਜਾਂ ਮੁਰਗਾ ਖਰੀਦਣਾ ਚਾਹੁੰਦੇ ਨੇ, ਤੁਹਾਡੇ ਨਾਲ ਰਾਬਤਾ ਕਰ ਸਕਦੇ ਨੇ? ਜੀ ਬਿਲਕੁਲ। ਇਹ ਸਰ ਤੁਹਾਡਾ ਮੋਬਾਈਲ ਨੰਬਰ? 0308 70 164। 0308 70 100 ਪੂਰਾ? ਜੀ ਬਿਲਕੁਲ। ਤੇ 64? ਜੀ। ਮੈਂ ਸਰ ਸਕਰੀਨ ਤੇ ਵੀ ਦੇ ਦਾਂਗਾ। ਬਹੁਤ ਸ਼ੁਕਰੀਆ, ਤੁਸੀਂ ਬੜੀ ਕੀਮਤੀ ਗੁਫ਼ਤਗੂ ਕੀਤੀ ਹੈ। ਅੱਲਾਹ ਪਾਕ ਤੁਹਾਡੇ ਕਾਰੋਬਾਰ 'ਚ ਮਜ਼ੀਦ ਇਜ਼ਾਫਾ ਤਾ ਫਰਮਾਏ। ਅੱਲਾਹ ਹਾਫਿਜ਼।